ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਆਪ ਜੀ ਦੇ ਪ੍ਰੋਗਰਾਮ ਮਤੇ ਗੁਰਮਤੇ ਅਤੇ ਹੁਕਮਨਾਮੇ ਵਿੱਚ ਨਿੱਘਾ ਸਵਾਗਤ ਹੈ। ਸਾਹਿਬਾਂ ਦੇ ਹੁਕਮ, ਸਾਹਿਬਾਂ ਦੀ ਲਿਖਤ, ਸਾਹਿਬਾਂ ਦੇ ਹਸਤ ਕਮਲ ਨਾਲ ਉਕਰੇ ਹੋਏ ਉਹ ਨਿਸ਼ਾਨ, ਉਹਨਾਂ ਦੇ ਹੁਕਮਨਾਮੇ, ਗੁਰੂ ਸਾਹਿਬ ਦੇ ਸੰਗਤ ਵੱਲੋਂ ਜਾਰੀ ਕੀਤੇ ਮਤੇ ਗੁਰਮਤੇ, ਇਹ ਅਸੀਂ ਆਪ ਜੀ ਦੀ ਨਜ਼ਰ ਕਰਦੇ ਹਾਂ। ਇਸ ਪ੍ਰੋਗਰਾਮ ਦਾ ਮਕਸਦ ਉਹ ਸਾਡੀ ਮਹਾਨ ਧਰੋਹਰ, ਉਹ ਸਾਡਾ ਮਹਾਨ ਵਿਰਸਾ, ਉਸ ਸਮੇਂ ਦੇ ਹਾਲਾਤ ਨੂੰ ਦਰਸਾਉਂਦੇ ਹਨ ਕਿ ਗੁਰੂ ਸਾਹਿਬ ਨੇ ਕਿਹਨਾਂ ਹਾਲਾਤ ਵਿੱਚ ਕੀ ਹੁਕਮਨਾਮੇ ਜਾਰੀ ਕੀਤੇ। ਗੁਰੂ ਸਾਹਿਬ ਦੇ ਹੱਥ ਲਿਖਤ ਉਹ ਬੇਸ਼ਕੀਮਤੀ, ਜਿਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ, ਉਹ ਸਾਡੇ ਕੋਲ ਮੌਜੂਦ ਹੈ। ਉਹ ਹੁਕਮਨਾਮੇ ਗੁਰੂ ਸਾਹਿਬ ਨੇ ਵੱਖ-ਵੱਖ ਸੰਗਤਾਂ ਨੂੰ ਜਾਰੀ ਕੀਤੇ, ਕੁਝ ਪਰਿਵਾਰਾਂ ਨੂੰ ਵੀ ਦਿੱਤੇ ਔਰ ਕੁਝ ਖਾਸ ਸਿੱਖਾਂ ਨੂੰ ਵੀ ਗੁਰੂ ਸਾਹਿਬ ਨੇ ਉਹ ਬਖਸ਼ਿਸ਼ ਕੀਤੇ। ਉਹ ਹੁਕਮਨਾਮੇ ਜਿਹੜੇ ਤਕਰੀਬਨ 300 ਤੋਂ 400 ਸਾਲ ਦੇ ਵਿਚਕਾਰ ਪੁਰਾਣੇ ਹਨ, ਉਹ ਪਟਨਾ ਸਾਹਿਬ, ਹਜ਼ੂਰ ਸਾਹਿਬ, ਸਿੱਖ ਰੈਫਰੈਂਸ ਲਾਇਬ੍ਰੇਰੀ, ਹੋਰ ਨਿੱਜੀ ਸੰਗਤਾਂ ਦੇ ਕੋਲ, ਨਿੱਜੀ ਪਰਿਵਾਰਾਂ ਦੇ ਕੋਲ ਉਹ ਹੁਕਮਨਾਮੇ ਸੁਰੱਖਿਅਤ ਪਏ ਹਨ। ਉਹ ਪਰਿਵਾਰ ਵਡਭਾਗੀ ਹਨ ਜਿਨ੍ਹਾਂ ਨੂੰ ਇਹ ਮਹਾਨ ਬਖਸ਼ਿਸ਼ ਦੇ ਦਰਸ਼ਨ ਕਰਨ ਦਾ, ਦੀਦਾਰ ਕਰਨ ਦਾ ਔਰ ਉਹਨਾਂ ਦੇ ਅੱਗੇ ਨਤਮਸਤਕ ਹੋਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਦੇ ਹੁਕਮਨਾਮੇ ਬੀਬੀ ਇੰਦਰਜੀਤ ਕੌਰ, ਉਹਨਾਂ ਦੇ ਪਰਿਵਾਰ ਕੋਲ ਵੀ ਹਨ, ਜਿਹੜੇ ਉਹਨਾਂ ਦੀ ਆਪਣੀ ਨਿੱਜੀ ਕਲੈਕਸ਼ਨ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਦੇ ਉਹਨਾਂ ਪਾਵਨ ਹੁਕਮਨਾਮਿਆਂ ਨੂੰ ਲੜੀਵਾਰ ਕਰਕੇ ਉਹ ਆਪ ਜੀ ਤੱਕ ਪਹੁੰਚਾਈਏ। ਅੱਜ ਦੇ ਇਸ ਐਪੀਸੋਡ ਵਿੱਚ ਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਹੁਕਮਨਾਮੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸੰਗਤ, ਖਾਲਸਾ ਇਹ ਲਫ਼ਜ਼ ਵਰਤਿਆ ਹੈ, ਇਹ ਇੱਕ ਬਹੁਤ ਵੱਡੀ ਟਰਾਂਸਫਾਰਮੇਸ਼ਨ ਸੀ ਕਿ ਗੁਰੂ ਸਾਹਿਬ ਨੇ ਪਹਿਲਾਂ ਤਾਂ ਸੰਗਤ ਕਿਹਾ, ਉਸ ਦੇ ਬਾਅਦ ਖਾਲਸਾ ਕਿਹਾ ਔਰ ਆਖਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਕਿਹਾ। ਇਹ ਤਿੰਨ ਲਫ਼ਜ਼ਾਂ ਦੇ ਇਹ ਸਫ਼ਰ ਜੋ ਹੈ, ਇਹ ਇੱਕ ਇਤਿਹਾਸ ਦਾ ਇੱਕ ਕਮਾਲ ਦਾ ਵਰਕਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਤਰਤ ਲੋਕਾਈ ਨੂੰ ਸੋਧਣ ਲਈ ਆਪਣੇ ਉਸ ਡੂਮ ਮਿਰਾਸੀ ਨੂੰ ਨਾਲ ਲਿਆ, ਜਿਹੜਾ ਉਹਨਾਂ ਦਾ ਆਪਣਾ ਯਾਰ ਸੀ। ਹਜ਼ੂਰ ਨੇ ਖੁਦ ਕਿਹਾ, ਜੋ ਦਿਲ ਮਿਲਿਆ ਸੇ ਮਿਲ ਰਿਹਾ, ਮਿਲਿਆ ਰੇ ਕਹੀਏ ਸੋਈ। ਜਿਸ ਨਾਲ ਹਜ਼ੂਰ ਦਾ ਦਿਲ ਮਿਲ ਗਿਆ, ਉਹ ਉਹਨਾਂ ਦਾ ਸੰਗੀ, ਉਹ ਉਹਨਾਂ ਦਾ ਸਾਥੀ। ਇਹ ਜਦੋਂ ਤਰਤ ਲੋਕਾਈ ਨੂੰ ਸੋਧਣ ਲਈ ਤੁਰੇ ਹਨ ਤਾਂ ਵੱਖ-ਵੱਖ ਥਾਵਾਂ 'ਤੇ ਪੈਂਡੇ ਤੈਅ ਕਰਦੇ ਹੋਏ ਖਾਲੀ ਉਹਨਾਂ ਜਗ੍ਹਾ 'ਤੇ ਨਹੀਂ ਗਏ। ਹਜ਼ੂਰ ਨੇ ਉੱਥੇ ਸੰਗਤਾਂ ਕਾਇਮ ਕੀਤੀਆਂ। ਇਹਨਾਂ ਸੰਗਤਾਂ ਨੂੰ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ ਦੇ ਨਾਂ ਦਿੱਤੇ ਗਏ। ਇਸ ਤੋਂ ਪਹਿਲੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਮਹਾਤਮਾ ਬੁੱਧ ਨੇ ਵੀ ਸੰਘ ਬਣਾਉਣ ਦੀ ਕੋਸ਼ਿਸ਼ ਕੀਤੀ। ਸੰਘ ਇਕੱਤਰ ਹੋਣ ਦੀ ਗੱਲ ਸੀ। ਸੰਘੰ ਸ਼ਰਣਮ ਗੱਛਾਮੀ, ਬੁੱਧਮ ਸ਼ਰਣਮ ਗੱਛਾਮੀ, ਧੰਮਮ ਸ਼ਰਣਮ ਗੱਛਾਮੀ। ਧਰਮ ਦੀ ਸ਼ਰਨ ਵਿੱਚ ਆਓ, ਬੁੱਧ ਦੀ ਸ਼ਰਨ ਵਿੱਚ ਆਓ, ਸੰਘ ਦੀ ਸ਼ਰਨ ਵਿੱਚ ਆਓ। ਤੁਸੀਂ ਇਕੱਤਰ ਹੋ ਕੇ ਆਪਣੇ ਫੈਸਲੇ ਕਰੋ, ਆਪਣੀਆਂ ਵਿਚਾਰਾਂ ਕਰੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਣਾਈਆਂ ਹੋਈਆਂ ਉਹ ਸੰਗਤਾਂ, ਉਹ ਵੱਖ-ਵੱਖ ਥਾਵਾਂ ਦੇ ਉੱਤੇ ਕਾਇਮ ਹੋਈਆਂ। ਗੁਰੂ ਅਮਰਦਾਸ ਜੀ ਨੇ ਉਹਨਾਂ ਸੰਗਤਾਂ ਨੂੰ ਧੁਰੇ ਨਾਲ ਜੋੜਿਆ। ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ, ਗੁਰੂ ਅਮਰਦਾਸ ਜੀ ਔਰ ਗੁਰੂ ਰਾਮਦਾਸ ਜੀ ਦੇ ਸਮੇਂ ਇਹਨਾਂ ਨੂੰ ਮੰਜੀਆਂ ਕਿਹਾ ਗਿਆ ਔਰ ਪ੍ਰਚਾਰਕ ਥਾਪੇ ਗਏ। ਇਸ ਤੋਂ ਉਪਰੰਤ ਮਸਨਦ ਦੇ ਉੱਤੇ ਬੈਠਣ ਵਾਲੇ ਉਸ
बैठण की जगह के उत्ते बैठण वालियां नूं मसंद कहा गया। मसंद गुरु साहब की अपने ही बनाए हुए सन, वो उन्हां दे अपने विश्वास पात्र सन। पर जिवें आम हुंदा है, पानी भी ज़्यादा देर रह जाए, उस विच हिलजुल ना होए तो वह गंधला हो जाता है, उस विच बो आनी शुरू हो जाती है। वो मसंद जिहड़े हालां गुरु साहब दे अपने वरसाए सन, गुरु साहब ने खुद उन्होंने स्थापित किया सी, उन्होंने थापिया सी। हौले हौले जदों एक जद्दी एक किस्म की पिरत पै गई तो वह मसंद उन्हां दे अंदर भी वो सारियां कुरीतियां और इल्लतां वो सारियां आ गईयां जिहड़ियां नहीं सी आनियां चाहीदियां। गुरु गोबिंद सिंह साहब तक आंदे आंदे हौले हौले गुरु साहब ने ये हुक्मनामे जारी किए कि संगत मेरा खालसा है, संगत खालसा है, संगत मेरा खालसा है। गुरु हरगोबिंद साहब के हुक्मनामिਆਂ ਦੇ ਵਿੱਚ ਇਹ ਜ਼ਿਕਰ आया कि संगत मेरा खालसा है। गुरु तेग बहादुर साहब ने भी संगत ਨੂੰ खालसा करके संबोधन किया और गुरु गोबिंद सिंह साहब ने तो बिल्कुल स्पष्ट कर दिता कि इन्हां मसंदां नूं, इन्हां मसंदियां नूं बिल्कुल नहीं मनना। इत्थे ही बस नहीं, गुरु साहब के हुक्मनामे इतने करड़े सन कि किसी मसंद मसंदिए दे मरने परने ते भी नहीं जाना, इन्हां दे नाल नहीं बैठना। अज सिख रहत मर्यादा दे विच अज भी ये हुक्म इन बिन इसे तरह है। मीणे मसंद तीर मलीए राम राइए आदਿਕ पंथ विरोधियां इन्हां दे नाल किसी किस्म की कोई मिलवर्तन नहीं करनी, रोटी बेटी की सांझ नहीं करनी। ये गुरु का हुक्म है। सो सिख सखा बंधप है भाई, जे गुर के भाणे विच आवे, अपने भाणे जे चले पाई, से विछड़ चोटां खावे। पर एक गल होर इन्हां हुक्मनामिਆਂ 'ਚ स्पष्ट हुई, हजूर ने ये तो लिखिया कि इन्हां मसंदां नूं नहीं मनना, पर नाल ये आदेश भी दिता, इन्हां दे विचों जेकर कोई मुड़ मिलना चाहे, संगत दे विच मिलना चाहे, उस दे उत्ते दिक्कत ना करनी, अड़ी नहीं करनी, उस दे उत्ते किसी किस्म की कोई रोक ना लानी। ये दर हमेशा खुला है जिहड़ा गुरु दे भाणे दे विच आवे। हजूर दे हुक्मनामिਆਂ दे विच एक होर कमाल दी चीज़ है। गुरु सारियां दातां देण वाला है, गुरु सब कुछ बख्शिशां करन वाला है। पर अज जेकर किसी बहुत वड्डे जिहड़ा उसका बहुत वड्डा होए, जिसका सत्कार करता होए, उस कोलों अगर कोई छोटी जी चीज़ भेंट मंगे तो वह बंदा अपने तन पाक समझदा है। हजूर ने भी बहुत चीज़ां, निक्कियां निक्कियां चीज़ां, छोटियां छोटियां चीज़ां उस संगत को सुभाग दिता, उन्होंने बख्शिश की कि वो चीज़ तुसी गुरु दे निमित्त दिओ। वो चीज़ां की सन? वो ये सी कि जदों तुसी गुरु दे दर्शन करने हैं तो तुसी हथियार बन के आओ। रहतनामिਆਂ 'ਚ भी ये लफज आए, बिना शस्त्र के संग देवो ना दिदारे, यह मोर आज्ञा सुनो तुम प्यारे। ये मेरा हुक्म है, ये बेनती नहीं है, ये आज्ञा है। जदों गुरु दे दर ते आना है, हथियार बन के आना है। नाल ही इन्हां हुक्मनामिਆਂ दे विच संगत नूं एक फरमाइश है कि तुसी आओ, एक तोला सोना जरूर लैके आओ। कमाल है, गुरु नूं सोने की की लोड़ पै गई। जिहड़े गुरु साहब ने एक तोला, 1.5 तोला, 2 तोले इस सोने की फरमाइश इस संगत नूं कीती। ये इतिहास का कमाल का एक पतरा है, एक सुनहरी वर्का है। साहिब श्री गुरु गोबिंद सिंह जी महाराज दे वो तीर, वो पावन तीर जिहड़े श्री हजूर साहब की धरती ते अज भी सुभाएमान हैं। हर तीर दे उत्ते 1.25 तोला सोना लगा हुंदा सी। एक कमाल दी फिलासफी सी कि जिसनूं ये तीर लगेगा, जे तो वह जख्मी हो जाए, फट्टड़ हो जाए तो उसका इलाज हो सके, और जेकर वो चढ़ाई कर जाए तो उसका अंतिम संस्कार हो सके। गुरु की बख्शिश आखरत तक है।
ਗੁਰੂ ਸਾਹਿਬ ਦੀ ਉਹਨਾਂ ਹੁਕਮਨਾਮਿਆਂ ਨੂੰ ਸਮਝਣ ਲਈ ਉਹ ਇੱਕ ਬੜਾ ਵੱਡਾ ਸੋਮਾ ਹੈ, ਉਹ ਸਰੋਤ ਹੈ ਸਾਡੇ ਲਈ ਉਸ ਸਮੇਂ ਨੂੰ ਸਿੱਖਣ ਦੀ। ਹਜ਼ੂਰ ਦੇ ਇੱਕ ਹੁਕਮਨਾਮੇ ਦੇ ਵਿੱਚ ਜ਼ਿਕਰ ਹੈ, ਹੁੱਕੇ ਦੀ ਫਰਮਾਇਸ਼ ਕੀਤੀ ਕਿ ਚੰਗੀ ਕਿਸਮ ਦੇ ਨੀਲੇ ਰੰਗ ਦੇ ਹੁੱਕੇ ਭੇਜਣਾ। ਹੁਣ ਜੇਕਰ ਇਲਤੀ ਦਿਮਾਗ ਹੋਏ ਤਾਂ ਇਸ ਦੇ ਗਲਤ ਮਤਲਬ ਕੱਢੇਗਾ। ਮਹਾਨ ਕੋਸ਼ ਵਿੱਚ ਔਰ ਉਹ ਪੁਰਾਣੀਆਂ ਸਾਰੀਆਂ ਡਿਕਸ਼ਨਰੀਆਂ ਦੇ ਵਿੱਚ ਹੁੱਕੇ ਦਾ ਅਰਥ ਜ਼ੇਵਰ ਰੱਖਣ ਦਾ, ਸ਼ੀਸ਼ੇ ਦਾ, ਉਹ ਇੱਕ ਮਰਤਬਾਨ ਜਾਂ ਬਕਸਾ ਜਾਂ ਉਹ ਚੀਜ਼ ਹੈ ਜਿਹੜੀ ਕਿ ਜ਼ੇਵਰਾਤ ਰੱਖੇ ਜਾਣ, ਉਹਨਾਂ ਨੂੰ ਰੱਖਣ ਦੀ ਚੀਜ਼ ਦਾ ਨਾਂ ਹੁੱਕਾ ਪੁਰਾਣੀ ਲੈਂਗੁਏਜ ਵਿੱਚ ਸੀਗਾ। ਇਸੇ ਤਰੀਕੇ ਦੇ ਨਾਲ ਖਾਲਸਾ ਲਫ਼ਜ਼ ਹੈ, ਖਾਲਸਾ ਸ਼ਬਦ ਹੈ। ਵੈਸੇ ਤਾਂ ਨਿਰਮਲ ਬੁੱਧ ਨੂੰ, ਨਿਰਮਲ ਚੀਜ਼ ਨੂੰ ਵੀ ਖਾਲਸਾ ਕਿਹਾ ਜਾਂਦਾ ਹੈ ਔਰ ਗੁਰੂ ਸਾਹਿਬ ਨੇ ਇੱਕ ਨਿਰਮਲ ਪੰਥ ਦੀ ਰਚਨਾ ਕੀਤੀ। ਸਾਹਿਬਾਂ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਸੀ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਦੇ ਆਯਾਮ, ਇਸ ਦੀਆਂ ਡਾਇਮੈਂਸ਼ਨਸ ਬਦਲ ਦਿੱਤੀਆਂ। ਸਿਰਾਤੁਲ ਇਸਤਲਾ, ਕਾਨੂੰਨ ਦੀਆਂ ਹੋਰ ਸਾਰੀਆਂ ਡਿਕਸ਼ਨਰੀ ਦੇ ਵਿੱਚ ਅੱਜ ਵੀ ਜਿਹੜੀਆਂ ਡਿਕਸ਼ਨਰੀ ਲਾਅ ਦੀਆਂ ਹਨ, ਭਾਵੇਂ ਉਹ ਅਮਰੀਕਾ ਦੀਆਂ, ਇੰਗਲੈਂਡ ਦੀਆਂ ਜਾਂ ਹਿੰਦੁਸਤਾਨ ਦੀਆਂ, ਦੋ ਕਿਸਮ ਦੀਆਂ ਜ਼ਮੀਨਾਂ ਹੁੰਦੀਆਂ ਹਨ, ਇੱਕ ਜਗੀਰੀ ਲੈਂਡ, ਇੱਕ ਖਾਲਸਾ ਲੈਂਡ। ਜਗੀਰੀ ਲੈਂਡ ਉਹ ਲੈਂਡ ਹੈ, ਉਹ ਜ਼ਮੀਨ ਹੈ ਜਿਹੜੀ ਕਿ ਕਿਸੇ ਅਧਿਕਾਰੀ, ਕਿਸੇ ਕਰਮਚਾਰੀ, ਕਿਸੇ ਅਫਸਰ ਦੇ ਅਧੀਨ ਹੁੰਦੀ ਹੈ ਔਰ ਖਾਲਸਾ ਜ਼ਮੀਨ ਉਹ ਜ਼ਮੀਨ ਹੈ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਹੈ, ਜਿਹੜੀ ਸਿੱਧੀ ਮਾਲਕ ਦੇ, ਬਾਦਸ਼ਾਹ ਦੇ ਅਧੀਨ ਹੋਏ, ਉਸ ਨੂੰ ਖਾਲਸਾ ਜ਼ਮੀਨ, ਖਾਲਸਾ ਲੈਂਡ ਕਿਹਾ ਜਾਂਦਾ ਹੈ। ਉਸ 'ਤੇ ਕੋਈ ਟੈਕਸ ਨਹੀਂ, ਉਸ 'ਤੇ ਕੋਈ ਕਰ ਨਹੀਂ, ਉਸ ਦੇ ਉੱਤੇ ਕੋਈ ਕੁਝ ਨਹੀਂ ਕਰ ਸਕਦਾ। ਹਜ਼ੂਰ ਨੇ ਸੰਗਤਾਂ ਬਣਾਈਆਂ, ਗੁਰੂ ਸਾਹਿਬ ਨੇ ਸੰਗਤ ਨੂੰ ਮੇਰਾ ਖਾਲਸਾ ਕਿਹਾ ਔਰ ਅਖੀਰ ਦੇ ਵਿੱਚ ਇਹ ਕਹਿ ਦਿੱਤਾ ਕਿ ਮੈਂ ਵੀ ਖਾਲਸੇ ਦਾ ਹਾਂ, ਮੈਂ ਵੀ ਖਾਲਸੇ ਕਾ ਹਾਂ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਇਹ ਕਹਿ ਕੇ ਹਜ਼ੂਰ ਨੇ ਕਹਿ ਦਿੱਤਾ, ਅੱਜ ਤੋਂ ਬਾਅਦ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਹੋ। ਹੁਣ ਖਾਲਸਾ ਵਾਹਿਗੁਰੂ ਦਾ ਹੋ ਗਿਆ। ਇਹ ਸਫ਼ਰ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਆਪਣੇ ਹੁਕਮਨਾਮੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਨਹੀਂ ਕਿਹਾ, ਉਹਨਾਂ ਨੇ ਉਸ ਦੇ ਉੱਤੇ ਬੜਾ ਜ਼ੋਰ ਦੇ ਕੇ, ਸਟ੍ਰੈਸ ਦੇ ਕੇ ਹੁਕਮਨਾਮੇ 'ਤੇ ਅੰਕਿਤ ਕੀਤਾ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਹੈ ਲਫ਼ਜ਼ ਵੀ ਨਾਲ ਦਿੱਤਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਪਾਵਨ ਹੁਕਮਨਾਮਿਆਂ ਦੇ ਵਿੱਚੋਂ ਕੁਝ ਹੁਕਮਨਾਮੇ ਅਸੀਂ ਆਪ ਜੀ ਨਾਲ ਉਹਨਾਂ ਦੇ ਦਰਸ਼ਨ ਕਰ ਸਕੀਏ। ਹਜ਼ੂਰ ਨੇ ਉਹ ਜਿਹੜੇ 20 ਹੁਕਮਨਾਮੇ ਜਾਰੀ ਕੀਤੇ, ਉਹ ਹੁਕਮਨਾਮੇ ਵੱਖ-ਵੱਖ ਥਾਵਾਂ ਦੇ ਉੱਤੇ ਸੰਗਤਾਂ ਨੂੰ ਗਏ। ਖਾਸ ਕਰਕੇ ਪਟਨਾ ਸਾਹਿਬ ਦੀ ਸੰਗਤ ਨੂੰ, ਪਟਨ ਫਰੀਦ ਜਿੱਥੇ ਬਾਬਾ ਫਰੀਦ ਦਾ ਸੀ, ਪਟਨ ਫਰੀਦ ਦੀ ਸੰਗਤ ਦੇ ਨਾਂ ਦੇ ਉੱਤੇ, ਨੌਸ਼ਹਿਰਾ ਪਨੂਆ ਦੀ ਸੰਗਤ ਦੇ ਨਾਂ ਦੇ ਉੱਤੇ, ਇਲਾਹਾਬਾਦ ਦੀ ਸੰਗਤ, ਪ੍ਰਾਗਰਾਜ ਦੀ ਸੰਗਤ ਦੇ ਨਾਂ ਦੇ ਉੱਤੇ ਇਹ ਹੁਕਮਨਾਮੇ ਜਾਰੀ ਹੋਏ। ਇਸ ਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਸੰਗਤਾਂ ਕਾਇਮ ਕੀਤੀਆਂ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਸੰਗਤਾਂ ਨੂੰ ਮੁੜ ਰਿਵਾਈਵ ਕੀਤਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਸੰਗਤਾਂ ਨੂੰ ਪੱਕੀ ਤਰ੍ਹਾਂ ਆਪਣੇ ਨਾਲ ਜੋੜੀ ਰੱਖਿਆ। ਇਸ ਦੇ ਇਲਾਵਾ ਇੱਕ ਚੀਜ਼ ਹੋਰ ਹੈ, ਇਹਨਾਂ ਹੁਕਮਨਾਮੇ ਜਿਤਨੇ ਵੀ ਗੁਰੂ ਸਾਹਿਬ ਦੇ ਹਨ, ਉਹਨਾਂ 'ਤੇ ਅਗਰ ਸੰਗਤ ਨੂੰ ਉਚੇਚੇ ਤੌਰ ਦੇ ਉੱਤੇ ਸੱਦਾ ਪੱਤਰ ਦਿੱਤਾ ਗਿਆ ਹੈ ਤਾਂ ਉਹ ਜਿਵੇਂ ਆਮ ਸਹੂਲਤ ਹੈ, ਜਿਵੇਂ ਆਮ ਹੁਕਮਨਾਮਿਆਂ ਦੇ ਵਿੱਚ ਵੀ ਜ਼ਿਕਰ ਹੈ, ਗੁਰੂ ਸਾਹਿਬ ਨੇ ਇਹ ਕਿਹਾ ਕਿ ਸੰਗਤ ਹੋਲੀ ਵਾਲੇ ਦਿਨ ਇਕੱਤਰ ਹੋਵੇ, ਸੰਗਤ ਦੀਵਾਲੀ ਵਾਲੇ ਦਿਨ ਦਰਸ਼ਨ ਦੇਵੇ। ਮਕਸਦ ਦੀਵਾਲੀ ਜਾਂ ਹੋਲੀ ਦਾ ਨਹੀਂ ਸੀ, ਕਿਉਂਕਿ ਹਰ ਕਿਸੇ ਨੂੰ ਪਤਾ ਹੈ ਦੀਵਾਲੀ ਔਰ ਹੋਲੀ ਦੇ ਉੱਤੇ ਉਹਨਾਂ ਦੇ ਆਪਣੇ ਪ੍ਰੋਗਰਾਮ ਹਨ। ਸੋ ਗੁਰੂ ਸਾਹਿਬ ਨੇ ਉਹਨਾਂ ਮੌਕਿਆਂ ਨੂੰ ਵਰਤਿਆ, ਉਹਨਾਂ ਜਿਹੜੇ ਖਾਸ ਸਮੇਂ ਸੀ ਉਸ ਨੂੰ ਇਕੱਤਰ ਹੋਣ ਦਾ ਆਦੇਸ਼ ਦਿੱਤਾ। ਇਸੇ ਲਈ ਪੁਰਾਣੇ ਰਹਿਤਨਾਮਿਆਂ ਦੇ ਵਿੱਚ ਵੀ ਜ਼ਿਕਰ ਹੈ ਕਿ ਵਿਸਾਖੀ ਔਰ ਦੀਵਾਲੀ ਦੇ ਉੱਤੇ ਇਹ ਸੰਗਤਾਂ ਇਕੱਤਰ ਹੁੰਦੀਆਂ ਸਨ।
क्योंकि हर किसी को इन्हां दिन का पता है। भाई साहब भाई नंद लाल जी ने लिखा है कि मुसलमान जुम्मे नूं इकत्तर होंदे हन, हिंदू किसी दिन होंदे हन, पर गुरु के सिख वैसे तो रोज़ नेता प्रत ही इकत्तर होंदे हन, पर महीने विच 2 बार संग्रांद और मस्या वाले दिन ये जरूर दरबार साहब इकत्तर होंदे हन। वो परंपरा अज भी चल रही है। ये इस प्रोग्राम के पहले सैगमेंट के विच थोड़ी जी जान पछाण के बाद हुण असी आप नाल एक छोटे जे ब्रेक के बाद उन्हां हुक्मनामिਆਂ ਦੇ दीदार करांगे और उसके बाद आप दीयां कॉल्स लवांगे कि आप जी दे इन्हां प्रोग्राम बारे की विचार हैं, इन्हां विच असी की दे सकते हाँ और होर किस तरीके दे नाल असी जानकारी हासिल कर सकते हाँ ताकि साडी आउण वाली पीढ़ी साडी जनरेशनस नूं इसका लाभ पहुँच सके। एक छोटा जिहा ब्रेक। जस पंजाबी दे सूझवान दर्शकों का ब्रेक के बाद मुड़ निघा स्वागत है। साहिबां दे हस्तकमलों नाल लिखे हुए वो पावन हुक्मनामे असी आप जी नाल साझे कर रहे हाँ। जिवें असी दसिया सी कि कुछ हुक्मनामे असी आप जी नाल जरूर साझे करांगे ताकि वो आप जरूर उन्होंने दे दर्शन कर सको। पहला हुक्मनामा जो आप जी वेख रहे हो, जो हुण स्क्रीन ते दिखाया जा रहा है, ये तख्त श्री पटना साहब दे विच ये पावन हुक्मनामा सुरक्षित है। ये गुरु हरगोबिंद साहब का हुक्मनामा है और जिस विच हजूर ने यह कहा है कि पूर्व की संगत गुरु का खालसा है। ये हुक्मनामा हजूर गुरु हरगोबिंद साहब का सी। इस तो अगला हुक्मनामा जो आप देखोगे, अगला हुक्मनामा ये सिख रैफरेंस लाइब्रेरी श्री अमृतसर विच सी। ये नहीं पता लगा कि साका नीला तारा के बाद इस पावन हुक्मनामे का की हशर होया, ये है कि नहीं, ये असी जानकारी आप जी नाल नहीं दे सके, पर कोशिश करांगे कि इस जानकारी को एकत्र किया जाए और प्राप्त किया जाए। पर खुशकिस्मती नाल ये हुक्मनामा जो साहिब श्री गुरु तेग बहादुर साहब जी का है और इस दे विच भी गुरु साहब ने ये लिखिया, सरबत पटन की संगत श्री गुरु जी का खालसा है, और नाल ये भी लिखिया कि सरबत संगत दिवाली नूं दर्शन आवना। ये गुरु तेग बहादुर साहब का पावन हुक्मनामा पटन शेख फरीद पटन उस जगह का जिथों दे बाबा शेख फरीद सन, उत्थों की संगत नूं ये जारी होया। इस तो बाद अगला हुक्मनामा जो है ये गुरु गोबिंद सिंह साहब का ये पावन हुक्मनामा है जो केंद्रीय सिख अजायब घर श्री अमृतसर विच है, और ये हुक्मनामा माछीवाड़े की संगत नूं जारी होया। सरबत संगत माछीवाड़े की गुरु रखेगा मेरा खालसा है। इस विच हुक्म किया हजूर ने संगत नूं कि तुसी 1 तोला सोना लैके आना। ये माछीवाड़े दे उस महान कौतक ते जदों गुरु गोबिंद सिंह साहब नूं मुड़ माछीवाड़े जाना पिया, उस तो कई साल पहले ये गुरु का प्यार सी जिहड़ा उन्होंने पहले ही उत्थे दी संगत नूं भेजिया कि तुसी आओ, तुसी मेरा खालसा हो, तुसी जदों आओ 1 तोला सोना लैके आना। ये गुरु की रहमत, इसका मतलब गुरु घर नाल संबंध उत्थे दी संगत का ये पुराना चले आ रहा सी। इस तो बाद अगला हुक्मनामा जो आप वेख रहे हो, ये गुरु गोबिंद सिंह जी वालों ये संगत नौशहरे दी है, और इस विच संगत नूं हुक्म किया गया कि संगत दिवाली नूं आना और किसी मसंद नूं ना मनना,
ਕਿਸੇ ਮਸੰਦ ਨੂੰ ਨਾ ਦੇਣਾ, ਜੋ ਲੈ ਕੇ ਆਣਾ, ਜੋ ਗੁਰੂ ਦੇ ਨਿਮਿਤ ਹੈ, ਉਹ ਸਿੱਧੇ ਕਾਰਪੇਟ ਲੈ ਕੇ ਆਣਾ। ਹੁਣ ਵਿਚੋਲਾ ਟੁੱਟ ਗਿਆ। ਗੁਰੂ ਸਾਹਿਬ ਨੇ ਇਹ ਵਿਚੋਲਗੀਰੀ ਜੋ ਉਹਨਾਂ ਮਸੰਦਾਂ ਦੀ ਸੀ ਉਸ ਨੂੰ ਖਤਮ ਕਰ ਦਿੱਤਾ। ਇਸ ਤੋਂ ਬਾਅਦ ਅਗਲਾ ਹੁਕਮਨਾਮਾ ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਮੁੜ ਪਟਨ ਫਰੀਦ ਦੀ ਸੰਗਤ ਦੇ ਨਾਂ ਸੀ ਔਰ ਇਸ ਵਿੱਚ ਇਹੀ ਕਿਹਾ ਕਿ ਤੁਸੀਂ ਕਿਸੇ ਵੀ ਮਸੰਦ ਮਸੰਦੀਏ ਨੂੰ ਨਹੀਂ ਮੰਨਣਾ। 1 ਤੋਲਾ ਸੋਨੇ ਦੀ ਫਰਮਾਇਸ਼, ਇਹ ਹੁਕਮ ਗੁਰੂ ਸਾਹਿਬ ਨੇ ਪਟਨ ਫਰੀਦ ਦੀ ਸੰਗਤ ਨੂੰ ਵੀ ਕੀਤਾ। ਉਹ ਧੰਨ ਭਾਗੀ, ਉਹ ਵਡਭਾਗੀ ਹੋਣਗੇ ਜਿਨ੍ਹਾਂ ਨੂੰ ਇਹ ਹੁਕਮ ਮਿਲਿਆ। ਔਰ 1 ਤੋਲਾ ਸੋਨਾ ਉਸ ਸਮੇਂ ਅੱਜ ਤੋਂ ਤਕਰੀਬਨ 350 ਸਾਲ ਪਹਿਲੇ ਉਹਨਾਂ ਪਰਿਵਾਰਾਂ ਨੇ ਕਿਤਨੀ ਖੁਸ਼ੀ ਮਹਿਸੂਸ ਕੀਤੀ ਹੋਏਗੀ ਕਿ ਜਿਸ ਸੰਗਤ ਦੇ ਨਾਂ ਗੁਰੂ ਸਾਹਿਬ ਲਿਖ ਕੇ ਭੇਜ ਰਹੇ ਹਨ, ਤੁਸੀਂ ਮੈਨੂੰ 1 ਤੋਲਾ ਸੋਨਾ ਭੇਟ ਕਰੋ। ਅਗਲਾ ਹੁਕਮਨਾਮਾ ਜੋ ਆਪ ਵੇਖ ਰਹੇ ਹੋ, ਇਹ ਹੁਕਮਨਾਮਾ ਫਿਰ ਪਟਨ ਫਰੀਦ ਦੀ ਹੈ ਔਰ ਇਸ ਵਿੱਚ ਵੀ ਗੁਰੂ ਸਾਹਿਬ ਨੇ ਇਹੀ ਕਿਹਾ ਹੈ ਕਿ ਕਿਸੇ ਮਸੰਦ ਨੂੰ ਕੋਈ ਵੀ ਕਾਰਪੇਟ ਨਾ ਦੇਣੀ, ਸਿੱਧੇ ਭੇਜਣਾ। ਜੇ ਆਪ ਆਓ ਤਾਂ ਅੱਛੀ ਗੱਲ ਹੈ, ਨਹੀਂ ਤਾਂ ਹੁੰਡੀ ਕਰਾ ਕੇ ਭੇਜ ਦੇਣੀ। ਇਹਦਾ ਮਤਲਬ ਇਹ ਜਿਹੜਾ ਬੈਂਕਿੰਗ ਦਾ ਪੁਰਾਣਾ ਸਿਸਟਮ ਸੀ, ਗੁਰੂ ਸਾਹਿਬ ਨੇ ਉਸ ਦਾ ਵੀ ਜ਼ਿਕਰ ਕੀਤਾ। ਉਸ ਵੇਲੇ ਵੀ ਇਹ ਸਿਸਟਮ ਸੀ ਜਿਹੜੇ ਹੁੰਡੀ ਕਰਾਣੀ ਜਾਂ ਉਹ ਜਮ੍ਹਾਂ ਕਰਨਾ। ਇੱਕ ਵਾਰ ਸੰਗਤ ਨੇ ਪੁੱਛਿਆ ਸੀ ਗੁਰੂ ਕਲਗੀਧਰ ਪਿਤਾ ਨੂੰ ਕਿ ਇੱਕ ਤਾਂ ਆਪ ਨੇ ਖੁਦ ਕਿਹਾ ਹੈ ਕਿ ਜਿਹੜਾ ਪੂਜਾ ਦਾ ਤਾਨ ਹੈ ਇਹ ਹੱਡਾਂ ਵਿੱਚ ਧਸ ਜਾਏ, ਇਹ ਬਹੁਤ ਜ਼ਹਿਰ ਦਾ ਕੰਮ ਕਰਦਾ ਹੈ, ਤਾਂ ਕੀ ਆਪ ਵੀ ਪੂਜਾ ਦਾ ਤਾਨ ਨਹੀਂ ਲੈਂਦੇ? ਸਿੱਖ ਤੇ ਗੁਰੂ ਦਾ ਇਤਨਾ ਪਿਆਰ ਸੀ, ਇਤਨੀ ਨਿਗਤਾ ਸੀ, ਇਤਨੀ ਨੇੜਤਾ ਸੀ ਕਿ ਉਹ ਸਿੱਧੇ ਸਵਾਲ ਜਿਵੇਂ ਬੱਚੇ ਬਾਪ ਨੂੰ ਕਰਦੇ ਹਨ, ਮਾਂ ਨੂੰ ਕਰਦੇ ਹਨ, ਉਹ ਕਰ ਸਕਦੇ ਸਨ। ਹਜ਼ੂਰ ਮੁਸਕਰਾ ਪਏ। ਉਹ ਕਹਿਣ ਲੱਗੇ, ਅਜੇ ਤੱਕ ਤੁਹਾਨੂੰ ਦੇਣ ਦੀ ਔਰ ਲੈਣ ਦੀ ਪ੍ਰਕਿਰਿਆ ਦਾ ਅਰਥ ਸਮਝ ਨਹੀਂ ਆਇਆ। ਅਮਾਨਤੀ ਬੈਂਕਰ ਜਾਂ ਹੁੰਡੀ ਕਰਨ ਵਾਲਾ ਜਦੋਂ ਕੋਈ ਤੁਹਾਡੇ ਕੋਲੋਂ ਅਮਾਨਤ ਲੈਂਦਾ ਹੈ, ਤੁਹਾਡੇ ਕੋਲੋਂ ਕੋਈ ਪੈਸਾ ਲੈਂਦਾ ਹੈ, ਉਹ ਤੁਹਾਨੂੰ ਇੱਕ ਹੁੰਡੀ ਦਿੰਦਾ ਹੈ ਔਰ ਉਸ ਦੇ ਬਾਅਦ ਉਸ ਦੇ ਵਿੱਚ ਸੂਦ ਮਿਲਾ ਕੇ ਉਹ ਤੁਹਾਨੂੰ ਮੁੜ ਵਾਪਸ ਦੇ ਦਿੰਦਾ ਹੈ। ਤੁਸੀਂ ਵੇਖੋਗੇ ਕਿ ਜੋ ਗੁਰੂ ਦੀ ਸੰਗਤ ਨੇ, ਜੋ ਸੰਗਤ ਨੇ ਮੈਨੂੰ ਦਿੱਤਾ ਹੈ, ਮੈਂ ਆਪਣੇ ਲਈ ਤਾਂ ਕੀ, ਮੈਂ ਆਪਣਾ ਸਾਰਾ ਕੁਝ, ਸਭ ਕੁਝ ਇਸ ਵਿੱਚ ਮਿਲਾ ਕੇ ਉਹ ਮੈਂ ਤੁਹਾਨੂੰ ਵਾਪਸ ਕਰਾਂਗਾ। ਮੇਰੇ ਆਪਣੇ ਨਾਂ ਦੇ ਉੱਤੇ ਕੁਝ ਵੀ ਨਹੀਂ ਹੋਏਗਾ। ਇਹ ਗੁਰੂ ਦੀ ਬਖਸ਼ਿਸ਼ ਹੈ। ਮਤ ਖਿਆਲ ਕੀਤਾ ਜਾਏ ਕਿ ਗੁਰੂ ਛੋਟੀਆਂ-ਛੋਟੀਆਂ ਵਸਤੂਆਂ ਦੀ ਮੰਗ ਕਰ ਰਹੇ ਹਨ, ਉਹ ਬਲਕਿ ਧੰਨ ਭਾਗੀ ਬਣਾ ਰਹੇ ਹਨ ਉਸ ਸੰਗਤ ਨੂੰ। ਉਹਦੇ ਰਾਹੀਂ ਉਸ ਫਲਸਫੇ ਨੂੰ ਜਿਹੜਾ 1 ਤੋਲਾ ਸੋਨਾ ਲੈ ਕੇ ਉਹਨਾਂ ਤੀਰਾਂ ਦੇ ਉੱਤੇ ਗੁਰੂ ਸਾਹਿਬ ਨੇ ਲਾਇਆ। ਕਿਧਰੇ ਤੋਪ ਦੀ ਮੰਗ ਹੈ, ਕਿਧਰੇ ਹਾਥੀ ਦੀ ਮੰਗ ਹੈ, ਕਿਧਰੇ ਹਥਿਆਰਾਂ ਦੀ ਮੰਗ ਹੈ। ਇਹ ਗੁਰੂ ਸਾਹਿਬ ਦਾ ਹੁਕਮ ਸਨ। ਅਗਲਾ ਹੁਕਮਨਾਮਾ ਜੋ ਆਪ ਵੇਖ ਰਹੇ ਹੋ, ਇਹ ਹੁਕਮਨਾਮਾ ਵੀ ਨੌਸ਼ਹਿਰੇ ਦੀ ਇਹ ਸੰਗਤ ਦੇ ਨਾਂ ਦੇ ਉੱਤੇ ਹੈ ਔਰ ਇਸ ਵਿੱਚ ਵੀ ਗੁਰੂ ਸਾਹਿਬ ਨੇ ਇਹ ਕਿਹਾ ਹੈ ਕਿ ਕਿਸੇ ਵੀ ਮਸੰਦ ਮਸੰਦੀਏ ਦੇ ਮਰਨੇ ਪਰਣੇ ਨਾ ਹੀ ਬੈਠਣਾ। ਸਿੱਖ ਗੁਰੂ ਕੇ ਜੋ ਹੁਕਮ ਮੰਨੇਗਾ ਸੋ ਨਿਹਾਲ ਹੋਗਾ। ਇਸ ਦਾ ਅਰਥ ਹੈ ਮਸੰਦ ਇਹ ਨਹੀਂ ਕਿ ਉਸ ਵੇਲੇ ਸਨ ਹੁਣ ਮੁੱਕ ਗਏ। ਅੱਜ ਵੀ ਮਸੰਦ ਹਨ। ਉਹ ਮਸੰਦ ਹਨ ਜਿਹੜੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ, ਗੁਰੂ ਦੇ ਹੁਕਮ ਦੇ ਤੋੜਦੇ ਮਰੋੜਦੇ ਹਨ, ਜਾਂ ਜਿਹੜੇ ਗੁਰੂ ਕੀ ਬਾਣੀ ਦੇ ਵਿੱਚ ਵਿਘਨ ਪਾਉਂਦੇ ਹਨ, ਗੁਰੂ ਦੀਆਂ ਰਹਿਤਾਂ ਕੁਰੈਤਾਂ ਵਿੱਚ ਤਬਦੀਲੀਆਂ ਕਰਦੇ ਹਨ। ਗੁਰੂ ਦਾ ਹੁਕਮ ਸਦੀਵੀ ਹੈ, ਉਹ ਕਿਸੇ ਸਮੇਂ ਲਈ ਨਹੀਂ ਹੈ। ਅਗਲਾ ਹੁਕਮਨਾਮਾ ਜੋ ਆਪ ਵੇਖ ਰਹੇ ਹੋ, ਇਹ ਹੁਕਮਨਾਮਾ ਦਸੂਹੇ ਜੋਗ ਜਿਹੜਾ ਕਿ ਪਟਨਾ ਸਾਹਿਬ ਦੇ ਵਿੱਚ ਪਿਆ ਹੈ, ਇਸ ਦੇ ਵਿੱਚ ਲਿਖਿਆ ਹੈ ਕਿ ਦਸੂਹੇ ਕੀ ਸੰਗਤ ਗੁਰੂ ਜਪੇ ਔਰ ਇਸ ਦੇ ਵਿੱਚ ਕਿਹਾ ਹੈ 1.5 ਤੋਲਾ ਸੋਨਾ ਲੈ ਕੇ ਆਣਾ ਔਰ ਹੋਲੀ ਦੇ ਉੱਤੇ ਤੁਸੀਂ ਸਾਰਿਆਂ ਨੇ ਇਕੱਠਿਆਂ ਹੋਣਾ। ਅਗਲਾ ਹੁਕਮਨਾਮਾ ਜੋ ਆਪ ਜੀ ਵੇਖ ਰਹੇ ਹੋ, ਇਹ ਹੁਕਮਨਾਮਾ ਭਾਈ ਮਿਹਰ ਚੰਦ ਪੇਸ਼ਕਾਰ ਦੇ ਵੱਲ ਲਿਖਿਆ ਗੁਰੂ ਸਾਹਿਬ ਨੇ ਕਿ ਇਸ ਦੇ ਵਿੱਚ ਹਜ਼ੂਰ ਨੇ ਕਿਹਾ ਕਿ ਜੋ ਸਿੱਖ ਮਿਲੇ ਸੋ ਮੇਲ ਲੈਣਾ, ਮੇਰੀ ਖੁਸ਼ੀ ਹੈ, ਦਿੱਕਤ ਨਹੀਂ ਕਰਨੀ। ਉਹ ਮਸੰਦਾਂ ਨੂੰ ਜਾਂ ਜਿਹੜੇ ਗੁਰੂ ਘਰ ਤੋਂ ਬੇਮੁਖ ਹੋ ਚੁੱਕੇ ਹਨ,
ਜੇਕਰ ਉਹ ਮਿਲਣਾ ਚਾਹਣ ਤਾਂ ਉਹਨਾਂ ਨੂੰ ਮਿਲਣ ਵਿੱਚ ਦਿੱਕਤ ਨਹੀਂ ਕਰਨੀ, ਉਹਨਾਂ ਨੂੰ ਜ਼ਰੂਰ ਆਪਣੇ ਨਾਲ ਰਲਾ ਲੈਣਾ। ਗੁਰੂ ਦਾ ਦਰ ਹਮੇਸ਼ਾ ਖੁੱਲ੍ਹਾ ਹੈ। ਪਰ ਨਾਲ ਇੱਕ ਤਾਕੀਦ ਕੀਤੀ, ਜਿਹੜੇ ਸਿੱਖ ਮੇਰੇ ਦਰਸ਼ਨ ਕਰਨ ਆਉਣ ਉਹ ਹਥਿਆਰ ਬਣ ਕੇ ਆਉਣ। ਹਜ਼ੂਰ ਦਾ ਇਹ ਹੁਕਮ ਇਸ ਹੁਕਮਨਾਮੇ ਦੇ ਵਿੱਚ ਅੰਕਿਤ ਹੈ। ਅਗਲਾ ਹੁਕਮਨਾਮਾ, ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਭਾਈ ਮਿਹਰ ਚੰਦ ਧਰਮਚੰਦ ਜੋਗ, ਇਹ ਪਟਨੇ ਦੀ ਸੰਗਤ ਦਾ ਸੀ, ਜਿਹੜਾ ਸ੍ਰੀ ਹਰਿਮੰਦਰ ਸਾਹਿਬ ਪਟਨੇ ਦੇ ਵਿੱਚ ਸੁਰੱਖਿਅਤ ਪਿਆ ਹੈ। ਇਸ ਵਿੱਚ ਗੁਰੂ ਸਾਹਿਬ ਨੇ ਹੁਕਮ ਕੀਤਾ, ਤੁਸੀਂ ਹੁੰਡੀ ਲੈ ਕੇ ਆਣਾ, ਹੁੰਡੀ ਕਰਾ ਦਿਓ, ਔਰ ਕਿਸੇ ਮਸੰਦ ਨੂੰ ਕਿਸੇ ਨੂੰ ਨਹੀਂ ਦੇਣਾ, ਔਰ ਮਸੰਦ ਬਸੰਦੀਏ ਨਾਲ ਨਹੀਂ ਮਿਲਣਾ। ਜੋ ਸਿੱਖ ਮਿਲੇ ਸੋ ਮੇਲ ਲੈਣਾ, ਵਧੀਕ ਦਿੱਕਤ ਨਹੀਂ ਕਰਨੀ ਹੈ। ਇਹ ਹਜ਼ੂਰ ਦਾ ਹੁਕਮਨਾਮਾ ਹੈ ਕਿ ਜ਼ਿਆਦਾ ਦਿੱਕਤ ਨਾ ਕਰਨੀ, ਮਿਲਾ ਲੈਣਾ। ਇਸ ਤੋਂ ਅਗਲਾ ਹੁਕਮਨਾਮਾ ਜੋ ਗੁਰੂ ਸਾਹਿਬ ਦਾ ਹੈ, ਉਹ ਹੁਕਮਨਾਮਾ ਪਿਰਾਗ ਜੋਗ, ਜਿਸ ਦੇ ਬਾਰੇ ਗੁਰੂ ਸਾਹਿਬ ਨੇ ਖੁਦ ਕਿਹਾ, ਇੱਥੇ ਦੀ ਸੰਗਤ ਦੇ ਨਾਂ ਦੇ ਉੱਤੇ ਹਜ਼ੂਰ ਨੇ ਇਸ ਹੁਕਮਨਾਮੇ ਦੇ ਵਿੱਚ ਹੁਕਮ ਕੀਤਾ ਕਿ ਸੰਗਤ ਹੁੰਡੀ ਕਰਾ ਕੇ ਭੇਜੇ, ਮਸੰਦ ਮਸੰਦੀਏ ਨੂੰ ਨਹੀਂ ਮੇਲਣਾ, ਨਹੀਂ ਮਿਲਣਾ, ਖਸਮਾਨਾ ਹੋਏਗਾ, ਔਰ ਜਿਹੜੇ ਮਿਲਣਾ ਚਾਹਣ ਉਹ ਜ਼ਰੂਰ ਮੇਲ ਲੈਣਾ, ਦਿੱਕਤ ਨਹੀਂ ਕਰਨੀ। ਇਹਨਾਂ ਹੁਕਮਨਾਮਿਆਂ ਦੇ ਵਿੱਚ ਇਹ ਜਿਹੜਾ ਪ੍ਰਾਗਰਾਜ ਇਲਾਹਾਬਾਦ ਦੀ ਸੰਗਤ, ਬਨਾਰਸ, ਇਲਾਹਾਬਾਦ, ਇਹ ਜਿਨ੍ਹਾਂ ਥਾਵਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਸੰਗਤਾਂ ਕਾਇਮ ਕੀਤੀਆਂ, ਤਾਂ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖਿਆ, ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਤਿਨ ਕਰਤ ਬਿਤਏ। ਉਹ ਪੁੰਨ ਦਾਨ ਕੀ ਸੀ? ਇਹ ਗੁਰਬਾਣੀ ਦਾ ਦਾਨ, ਸਭਨਾਂ ਨੂੰ ਕਰਦਾਨ ਦੀ ਜਿਹੜੀ ਗੱਲ ਹੈ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ, ਇਹ ਗੁਰਮਤਿ ਦਾ ਦਾਨ, ਗੁਰਮਤਿ ਨੂੰ ਗ੍ਰਹਿਣ ਕਰਨਾ, ਇਹ ਗੁਰੂ ਸਾਹਿਬ ਨੇ ਜਿਹੜੇ ਹੁਕਮ ਕੀਤੇ। ਇਸ ਤੋਂ ਅਗਲਾ ਹੁਕਮਨਾਮਾ ਜਿਹੜਾ ਹੈ, ਇਹ ਨੌਸ਼ਹਿਰੇ ਦੀ ਸੰਗਤ ਦੇ ਨਾਂ ਦੇ ਉੱਤੇ ਹੈ। ਇਸ ਦੇ ਵਿੱਚ ਵੀ ਹਜ਼ੂਰ ਨੇ ਕਿਹਾ, ਸੰਗਤ ਹਥਿਆਰ ਬਣ ਕੇ ਆਏ, ਹਥਿਆਰ ਬਣ ਕੇ ਦਰਸ਼ਨ ਦੇਵੇ। ਅਗਲਾ ਹੁਕਮਨਾਮਾ, ਇਸ ਤੋਂ ਬਾਅਦ ਇਹ ਸਾਰੇ ਹੁਕਮਨਾਮੇ ਹਜ਼ੂਰ ਦੇ ਆਪਣੇ ਹਸਤ ਕਮਲਾਂ ਨਾਲ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸੰਗਤਾਂ ਨੂੰ ਉਹ ਵਡਭਾਗੀ ਬਣੇ, ਜਿਨ੍ਹਾਂ ਨੂੰ ਇਹਨਾਂ ਹੁਕਮਨਾਮਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਵੇਲੇ ਦੀ ਸੰਗਤ ਵਿੱਚ ਇਹ ਪਰੰਪਰਾ ਸੀ, ਜਿਸ ਵੇਲੇ ਮੇਵੜਾ, ਜਿਸ ਵੇਲੇ ਉਹ ਹੁਕਮਨਾਮਾ ਲੈ ਕੇ ਉਹ ਸਿੱਖ ਸੇਵਾਦਾਰ ਆਉਂਦਾ ਸੀ, ਸੀਸ ਦੇ ਉੱਤੇ ਹੁਕਮਨਾਮਾ ਹੁੰਦਾ ਸੀ, ਉਹ ਸੰਗਤ ਦੇ ਸਾਹਮਣੇ ਜਦੋਂ ਖੜਾ ਹੁੰਦਾ ਸੀ, ਸਾਰੀ ਸੰਗਤ ਨਮਸਕਾਰ ਕਰਦੀ ਸੀ, ਮੱਥਾ ਟੇਕ ਕੇ ਉਸ ਹੁਕਮਨਾਮੇ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਸੀ ਅਤੇ ਉਸ ਦੇ ਉੱਤੇ ਅਮਲ ਕੀਤਾ ਜਾਂਦਾ ਸੀ। ਇਸ ਪ੍ਰੋਗਰਾਮ, ਇਸ ਛੋਟੇ ਜਿਹੇ ਇੱਕ ਬ੍ਰੇਕ ਲਵਾਂਗੇ। ਉਸ ਤੋਂ ਬਾਅਦ ਇਸ ਪ੍ਰੋਗਰਾਮ ਬਾਰੇ ਅਸੀਂ ਆਪ ਦੀਆਂ ਕਾਲਸ ਲਵਾਂਗੇ, ਜਿਹੜੇ ਸਟੂਡੀਓ ਦੇ ਨੰਬਰਾਂ ਦੇ ਉੱਤੇ, ਜਿਹੜੇ ਸਕਰੀਨ ਦੇ ਉੱਤੇ ਦਿਖਾਏ ਜਾ ਰਹੇ ਹਨ, ਉਹਨਾਂ ਦੇ ਉੱਤੇ ਤੁਸੀਂ ਕਾਲਸ ਕਰ ਸਕਦੇ ਹੋ ਔਰ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ। ਇੱਕ ਬ੍ਰੇਕ। ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ। ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਇਹ ਸੰਗਤ ਨੂੰ ਗੁਰਸੰਗਤ ਬਣਾ ਕੇ ਉਸ ਨੂੰ ਖਾਲਸੇ ਵਿੱਚ ਤਬਦੀਲ ਕੀਤਾ, ਫਿਰ ਖਾਲਸੇ ਨੂੰ ਆਪਣੇ ਹੁਕਮਨਾਮਿਆਂ ਦੇ ਨਾਲ ਆਪਣੇ ਨਾਲ ਜੋੜਿਆ। ਆਪ ਜੀ ਦੀਆਂ ਕੁਝ ਕਾਲਸ ਲਵਾਂਗੇ। ਆਪ ਆਪਣੇ ਵਿਚਾਰ ਸਾਨੂੰ ਸਟੂਡੀਓ ਦੇ ਨੰਬਰਾਂ ਦੇ ਉੱਤੇ, ਜਿਹੜੇ ਸਕਰੀਨ 'ਤੇ ਦਿਖਾਏ ਜਾ ਰਹੇ ਹਨ, ਇਹਨਾਂ ਦੇ ਉੱਤੇ ਕਾਲ ਕਰਕੇ ਦੇ ਸਕਦੇ ਹੋ। ਹੈਲੋ ਹੈਲੋ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਾਂਜੀ ਹਾਂਜੀ, ਡਾਕਟਰ ਮਨਪ੍ਰੀਤ ਸਿੰਘ ਬੋਲ ਰਿਹਾ ਜੀ। ਹਾਂਜੀ ਆਪਰੇਟਰ ਤੋਂ। ਜੀ ਜੀ। ਤੇ ਆਪ ਜੀ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕੀਤਾ ਹੈ ਤੇ ਆਪ ਜੀ ਬਹੁਤ ਵਧਾਈ ਦੇ ਪਾਤਰ ਹੋ ਜੀ। ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰੀ ਸੀ, ਇਹ ਆਪ ਨੂੰ ਹੁਕਮਨਾਮੇ ਦੀ ਕਾਪੀਆਂ
ਇਹ ਪ੍ਰਾਪਤ ਕਿੱਥੋਂ ਹੋਈਆਂ ਨੇ? ਇਹ ਇਸ ਤਰ੍ਹਾਂ ਜੀ ਪਟਨਾ ਸਾਹਿਬ ਪਏ ਹੋਏ ਹੈ, ਵੱਖ-ਵੱਖ ਜਗ੍ਹਾ ਦੇ ਉੱਤੇ ਕਈ ਥਾਵੇਂ ਛਪੇ ਹੈ ਔਰ ਬੜਾ ਅੱਛਾ ਕੀਤਾ ਹੈ ਉਪਰਾਲਾ। ਡਾਕਟਰ ਗੰਡਾ ਸਿੰਘ ਜੀ ਜਿਹੜੇ ਬਹੁਤ ਮਸ਼ਹੂਰ ਹਿਸਟੋਰੀਅਨ ਸਨ, ਪੰਜਾਬੀ ਯੂਨੀਵਰਸਿਟੀ ਨੇ ਹੁਕਮਨਾਮੇ ਨਾਮ ਦੀ ਪੁਸਤਕ ਜਿਹੜੀ ਹੈ ਉਹ ਛਾਪੀ ਹੈ, ਉਹਨਾਂ 'ਚ ਇਕੱਤਰ ਕੀਤੇ ਹਨ ਅਤੇ ਹੋਰ ਵੀ ਕਈ ਜਗ੍ਹਾ ਦੇ ਉੱਤੇ ਇਹ ਹੁਕਮਨਾਮੇ ਛਪੇ ਹੋਏ ਹਨ ਜੀ। ਤਾਂ ਮੇਰੀ ਛੋਟੀ ਜਿਹੀ ਬੇਨਤੀ ਹੈ ਕਿ ਇੱਕ ਨਾ ਆਨਲਾਈਨ sikhregiment.com ਦੀ ਵੈਬਸਾਈਟ ਹੈਗੀ ਹੈ ਜੀ। ਸਿੱਖ ਰੈਜੀਮੈਂਟ ਜਿਹੜੀ ਪੰਜ ਖਾਲਸਾ ਬੜੀ ਸੀਗੀ, ਸ਼ੇਰੇ ਪੰਜਾਬ ਦੀ ਬਾਅਦ ਜੋ ਬ੍ਰਿਟਿਸ਼ ਆਰਮੀ ਬਣ ਗਈ ਸੀ ਉਸ ਤੋਂ ਬਾਅਦ ਸਿੱਖ ਰੈਜੀਮੈਂਟ ਬਣ ਗਈ ਸੀਗੀ। ਹਾਂਜੀ, ਉਹਨਾਂ ਦੀ ਵੈਬਸਾਈਟ ਤੇ ਹੂਬਹੂ ਬਹੁਤ ਜ਼ਿਆਦਾ ਹੁਕਮਨਾਮੇ ਵੀ ਹੈਗੇ ਹਨ ਆਨਲਾਈਨ। ਠੀਕ ਹੈ, ਇਹ ਆਪਣੀ ਬੇਨਤੀ ਕਰਨੀ ਸੀ ਕਿ ਵੀ ਇਸ ਬਾਰੇ ਵੀ ਸੰਗਤਾਂ ਨੂੰ ਆਪਾਂ ਦੱਸ ਸਕਦੇ ਹਾਂ। ਜ਼ਰੂਰ ਕਰਾਂਗੇ, ਅਸੀਂ ਸੰਪਰਕ ਕਰਾਂਗੇ। ਬਲਕਿ ਹੋਰ ਵੀ ਜਿਹੜੀਆਂ ਰੈਜੀਮੈਂਟਾਂ ਹਨ, ਜਿਹੜੀ ਸਿੱਖ ਰੈਜੀਮੈਂਟ ਤੇ ਪਹਿਲੀ ਸੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਉਸ ਫੌਜ ਦੇ ਬਾਅਦ ਬਣਾਈ ਗਈ ਔਰ ਜੀ ਉਹਦੇ ਵਿੱਚੋਂ ਹੀ ਫਿਰ ਇਹ ਪੰਜਾਬ ਪੁਲਿਸ ਵੀ ਉਹਦੇ 'ਚੋਂ ਬਣੀ ਸੀ। ਅਤੇ ਸਾਡੀ ਕੋਸ਼ਿਸ਼ ਹੋਏਗੀ ਨਾ ਕੇਵਲ ਸਿੱਖ ਬਲਕਿ ਸਿੱਖ LI ਪੰਜਾਬ ਔਰ ਹੋਰ ਸਾਰੀਆਂ ਜਿਹੜੀਆਂ ਰੈਜੀਮੈਂਟਾਂ ਹਨ ਉਹਨਾਂ ਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰੀਏ। ਪਰ ਜੇ ਸਾਨੂੰ ਕੋਈ ਲੋੜੀਂਦਾ ਸਮਾਨ ਔਰ ਜਿਹੜੀ ਮਟੀਰੀਅਲ ਸਾਨੂੰ ਮਿਲੇਗਾ ਤਾਂ ਅਸੀਂ ਜ਼ਰੂਰ ਆਪ ਜੀ ਨਾਲ ਸਾਂਝੇ ਕਰਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਾਹਿਬ। ਵਾਹਿਗੁਰੂ ਜੀ ਫਤਿਹ। ਹੈਲੋ ਹੈਲੋ ਹੈਲੋ, ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਹੋ ਜੀ? ਲਾਂਬਾ ਜੀ, ਮੈਂ ਜਰਨੈਲ ਸਿੰਘ ਬੋਲ ਰਿਹਾ ਵਾਂ। ਹਾਂਜੀ ਜੀ ਜੀ ਹਾਂ। ਮੈਂ ਇੱਕ ਦੇਖ ਰਿਹਾ ਕਿ ਆਪ ਜੀ ਦੇ ਹੁਕਮਨਾਮੇ ਜੋ ਆਪ ਦੱਸ ਰਹੇ ਹੋ, ਦਰਸ਼ਨ ਕਰਾ ਰਹੇ ਹੋ। ਮੈਂ ਕਹਾਂਗਾ ਕਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਾਰੀ ਸੰਗਤ ਨੂੰ ਵਿਦੇਸ਼ਾਂ ਵਿੱਚ ਬੈਠੀ ਨੂੰ ਜੀ ਦਰਸ਼ਨ ਕਰਾ ਰਹੇ ਹੋ। ਪਰ ਇੱਕ ਮੇਰੀ ਬੇਨਤੀ ਜ਼ਰੂਰ ਹੈ ਵਿਸ਼ੇਸ਼ ਤੌਰ ਤੇ ਆਪ ਜੀਆਂ ਨੂੰ ਜੀ ਕਿ ਆਪ ਜੀ ਨੇ ਬੜੀ ਵੱਡੀ ਮਿਹਨਤ ਕੀਤੀ ਹੈ। ਮੈਂ ਕਹਾਂਗਾ ਕਿ ਅਣਥੱਕ ਮਿਹਨਤ ਕਰਕੇ ਆਪ ਜੀ ਨੇ ਇਹ ਕਲੈਕਟ ਕੀਤੇ ਹੋਣਗੇ ਜੀ ਜੀ ਤੇ ਆਪ ਜੀ ਸੰਗਤ ਦੇ ਰੂਬਰੂ ਇਹ ਸਾਰਾ ਕੁਝ ਕਰਾ ਰਹੇ ਹੋ ਜੀ। ਬੇਨਤੀ ਮੇਰੀ ਇਹ ਹੈ ਕਿ ਕਿੰਨਾ ਵਧੀਆ ਹੋਵੇ ਜੇ ਤੁਸੀਂ ਪੂਰਾ ਹੁਕਮਨਾਮਾ ਜਾਂ ਤਾਂ ਪੜ੍ਹ ਕੇ ਸੁਣਾਵੋ ਜੀ, ਡੇਟ, ਨੰਬਰ, ਮਿਤੀ, ਫਿਰ ਉਹ ਸਾਰਾ ਪੜ੍ਹ ਕੇ ਸੁਣਾਓ। ਕਿਉਂਕਿ ਜਿਵੇਂ ਤੁਸੀਂ ਅੱਜ ਘੱਟੋ ਘੱਟ 10 ਦੇ ਕਰੀਬ ਮੇਰੇ ਖਿਆਲ ਹੁਕਮਨਾਮੇ ਦੇ ਦਰਸ਼ਨ ਕਰਾ ਜੀ 15-16 ਸੀਗੇ ਜੀ। 15-16 ਦੇ ਉਹ ਸਾਡੇ ਕੋਲੇ ਕੁਝ ਨਹੀਂ ਪਿਆ, ਅਸੀਂ ਦਰਸ਼ਨ ਕੀਤੇ ਹੈ। ਠੀਕ ਹੈ ਠੀਕ ਹੈ। ਕਿਉਂਕਿ ਜਿੱਥੇ ਮੁਕਤਾ ਹੋ ਗਈ ਉਹ ਜਦ ਲੱਗ ਸ਼ਬਦ ਨਾ ਕਰੇ, ਮਾਫ ਕਰਨਾ ਮੈਂ ਤੋਂ ਨੂੰ ਸਮਝ ਰਿਹਾ ਮੈਂ ਥੋੜਾ ਜਿਹਾ। ਨਹੀਂ ਠੀਕ ਹੈ ਠੀਕ ਹੈ। ਤੁਹਾਡਾ ਸੁਝਾਅ ਜੀ ਸਵਾਗਤਯੋਗ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਫਿਰ ਉਸ ਪ੍ਰੋਗਰਾਮ ਵਿੱਚ ਸਿਰਫ 1-2 ਹੁਕਮਨਾਮੇ ਨੂੰ ਹੀ ਅਸੀਂ ਪੜ੍ਹ ਕੇ ਅਸੀਂ ਦੱਸ ਸਕਾਂਗੇ। ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕਰਾਂਗੇ ਜੀ। ਧੰਨਵਾਦ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ। ਹੈਲੋ ਜੀ। ਹੈਲੋ ਹੈਲੋ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਸੁਰਜੀਤ ਸਿੰਘ ਮਨਿਆਸ ਬੋਲ ਰਿਹਾ ਜੀ, ਇੰਡੀਆਨਾ ਤੋਂ। ਹਾਂਜੀ ਵੀਰ ਜੀ, ਹੁਕਮ ਕਰੋ। ਹਾਂ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਜਸ ਪੰਜਾਬੀ ਤੇ ਡਾਕਟਰ ਸਾਹਿਬ ਦਾ। ਜੀ ਜੀ। ਆਪਣੇ ਗੁਰੂ ਮਹਾਰਾਜ ਦੇ ਹੁਕਮਨਾਮਿਆਂ ਦੀ ਗੱਲ ਕਰ ਰਹੇ ਸੀਗੇ। ਮੈਂ ਉਸ ਬਾਰੇ ਕੁਐਸਚਨ ਸੀਗਾ ਉਹਨਾਂ ਨਾਲ। ਹਾਂ, ਮੈਂ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ ਲਾਂਬਾ ਬੋਲ ਰਿਹਾ। ਹਾਂਜੀ, ਹੁਕਮ ਕਰੋ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਇਸ ਪ੍ਰੋਗਰਾਮ ਬਾਰੇ? ਮੈਂ ਸਿਰਫ ਇਹੀ ਪਤਾ ਕਰਨਾ ਚਾਹੁੰਦਾ ਜੀ, ਦੇਖੋ ਤੁਸੀਂ ਬਹੁਤ ਮਤਲਬ ਕੋਸ਼ਿਸ਼ ਕਰ ਰਹੇ ਹੋ ਸਾਰੇ ਸਿੱਖਾਂ ਨੂੰ, ਸਾਰੇ ਮਤਲਬ ਬੱਚਿਆਂ ਨੂੰ ਸਮਝਾਉਣ ਦੀ, ਸਾਰੇ ਗੱਲ ਕਰਨ ਦੀ ਜੀ। ਮਤਲਬ ਆਪਾਂ ਇੱਕ ਚੀਜ਼ ਕਿਉਂ ਨਹੀਂ ਕਰ ਸਕਦੇ ਕਿ ਆਪਣੇ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਅੰਦਰ ਆਪਣੀ ਕਰਪਟ ਗੌਰਮੈਂਟ ਨੂੰ ਕਿਉਂ ਨਹੀਂ ਸਮਝਾ ਸਕਦੇ ਜਾਂ ਉਹਨਾਂ ਨੂੰ ਕਿਉਂ ਨਹੀਂ ਰਾਹੇ ਪਾ ਸਕਦੇ ਵੀ ਇੱਦਾਂ ਦਾ ਸੁਝਾਅ ਆਪਾਂ ਸਾਰੇ ਰਲ ਕੇ ਕਿਉਂ ਨਹੀਂ ਕਰ ਸਕਦੇ ਉਹਨਾਂ ਨੂੰ? ਬਿਲਕੁਲ ਬੇਨਤੀ ਹੈ ਜੀ ਕਿ ਮੈਂ ਇੱਕ ਲਫ਼ਜ਼ ਮੈਂ ਕਹਿ ਦਿਆਂ। ਗੁਰੂ ਸਾਹਿਬ ਦੇ ਇਹਨਾਂ ਹੁਕਮਨਾਮਿਆਂ ਤੋਂ ਆਪ ਨੇ ਦੇਖਿਆ ਹੋਣਾ ਵੱਖ-ਵੱਖ ਥਾਵਾਂ ਦੀਆਂ ਸੰਗਤਾਂ, ਦੂਰ ਦੁਰੇਡੇ ਦੀਆਂ ਸੰਗਤਾਂ ਨੂੰ, ਔਰ ਉਸ ਵੇਲੇ ਵੀ ਸਿੱਖ ਲੜਦੇ ਸੀ ਪਰ ਉਹ ਗੁਰੂ ਘਰ ਦੀ ਪਵਿੱਤਰਤਾ ਕਾਇਮ ਕਰਨ ਲਈ ਲੜਦੇ ਸੀ, ਨਾ ਕਿ ਗੁਰਦੁਆਰਿਆਂ ਦੇ ਕਬਜ਼ੇ ਲਈ ਜਾਂ ਉਹਨਾਂ ਦੇ ਉੱਤੇ ਦੂਸਰੇ ਢੰਗ ਨਾਲ ਕਾਬਜ਼ ਹੋਣ ਲਈ ਲੜਦੇ ਸੀ। ਅੱਜ ਵੀ ਜੇਕਰ ਉਹ ਬੈਠਾ ਸਿੱਖ ਹਰ ਜਗ੍ਹਾ ਦੇ ਉੱਤੇ, ਭਾਵੇਂ ਉਹ ਪੰਜਾਬ ਵਿੱਚ ਹੈ, ਦੂਰ ਹੈ, ਆਪਣੇ ਨੇੜੇ ਹੈ, ਜਿੱਥੇ ਵੀ ਹੈ, ਹਰ ਸਿੱਖ ਆਪਣੇ ਆਪ ਨੂੰ ਗੁਰੂ ਦਾ ਇੱਕ ਸਿੱਖ ਸਮਝ ਕੇ ਕੋਸ਼ਿਸ਼ ਕਰੇ ਆਪਣੇ ਆਲੇ ਦੁਆਲੇ ਪਰਿਵਾਰ ਤੋਂ, ਔਰ ਇਸ ਚੀਜ਼ ਨੂੰ ਅਗਰ ਵਧਾਏ ਤਾਂ ਉਹ ਜ਼ਰੂਰ ਇਹ ਮੈਸੇਜ ਔਰ ਇਹ ਸਾਰਾ ਕੁਝ ਅੱਗੇ ਜਾ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਰਾਜਕੁਮਾਰ ਬੋਲ ਰਿਹਾ ਜੀ। ਹਾਂਜੀ ਰਾਜਕੁਮਾਰ ਜੀ, ਜੀ ਆਇਆਂ ਨੂੰ ਜੀ। ਹੁਕਮ ਕਰੋ। ਫਤਿਹ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ
ਤੁਹਾਡੇ ਇਹ ਦੁਰਲਭ ਜਿਹੜੀਆਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਇਹ ਸਾਰਾ ਕੁਝ ਜਿਹੜਾ ਹੈ, ਇਹਦੇ ਵਾਸਤੇ ਜੋ ਕੁਝ ਵੀ ਤੁਸੀਂ ਸਿੱਖ ਸੰਗਤ ਵਾਸਤੇ ਜਾਂ ਪੰਜਾਬੀਆਂ ਵਾਸਤੇ ਜੋ ਤੁਸੀਂ ਕਰ ਰਹੇ ਹੋ ਜੀ, ਉਹ ਇੱਕ ਬਹੁਤ ਹੀ ਵੱਡੀ ਸੇਵਾ ਹੈ ਜੀ। ਤੇ ਤੁਹਾਡਾ ਨਾਮ ਹੀ ਗੁਰਚਰਨਜੀਤ ਸਿੰਘ ਹੈ ਤੇ ਤੁਸੀਂ ਕੰਮ ਵੀ ਉਹ ਗੁਰੂ ਜੀ ਦੇ ਚਰਨ ਜਿੱਤਣ ਵਾਲੇ ਕਰ ਰਹੇ ਹੋ ਜੀ, ਤੁਹਾਡੇ ਨਾਲ ਪੂਰੇ ਅਸੀਂ ਸਾਰੇ ਤੁਹਾਡੇ ਨਾਲ ਹਾਂ ਜੀ। ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਬੜੀ ਵੱਡਮੁੱਲੀ ਜਾਣਕਾਰੀ ਹਾਂਜੀ, ਹਾਂਜੀ, ਹਾਂਜੀ। ਸਾਰਿਆਂ ਵਾਸਤੇ। ਤੇ ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਇਹ ਪ੍ਰੋਗਰਾਮ ਨਾ ਕੇਵਲ ਸੰਗਤ ਲਈ, ਨਾ ਕੇਵਲ ਸਿੱਖਾਂ ਲਈ, ਨਾ ਕੇਵਲ ਪੰਜਾਬੀਆਂ ਲਈ, ਬਲਕਿ ਸਾਡੀ ਕੋਸ਼ਿਸ਼ ਤਾਂ ਹੈ ਕਿ ਗੁਰੂ ਸਾਹਿਬ ਦੇ ਹੁਕਮਨਾਮੇ ਇਹ ਪੂਰੀ ਮਾਨਵਤਾ ਲਈ ਹੈ, ਪੂਰੀ ਇਨਸਾਨੀਅਤ ਲਈ ਹੈ। ਔਰ ਹਰ ਕੋਈ ਅੱਜ ਵੀ ਇਹਨਾਂ ਦੇ ਵਿੱਚੋਂ ਉਹ ਸੁਨੇਹੇ, ਉਹ ਗੁਰੂ ਸਾਹਿਬ ਦੇ ਯੂਨੀਵਰਸੈਲਿਟੀ ਦੇ ਜਿਹੜੇ ਸੁਨੇਹੇ ਹਨ, ਉਹਨਾਂ ਨੂੰ ਹਾਸਲ ਕਰ ਸਕਦਾ ਹੈ। ਔਰ ਜਿਹੜੀ ਚੀਜ਼ ਇਹਨਾਂ ਹੁਕਮਨਾਮਿਆਂ ਦੇ ਵਿੱਚੋਂ ਇੱਕ ਪ੍ਰਗਟ ਹੋ ਕੇ ਇੱਕ ਸਪਸ਼ਟ ਹੁੰਦੀ ਹੈ ਕਿ 3 ਲਫ਼ਜ਼ ਹਨ ਜਿਨ੍ਹਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਜਿਵੇਂ ਭਾਈ ਗੁਰਦਾਸ ਦੋਇਮ ਨੇ ਕਿਹਾ ਸੀ, ਗੁਰਸੰਗਤ ਕੀਨੀ ਖਾਲਸਾ। ਸੰਗਤ ਨੂੰ ਖਾਲਸਾ ਨਹੀਂ ਬਣਾਇਆ, ਬਲਕਿ ਗੁਰਸੰਗਤ ਨੂੰ ਬਣਾਇਆ। ਸੰਗਤ, ਗੁਰਸੰਗਤ ਅਤੇ ਪੰਥ, ਇਹ 3 ਲਫ਼ਜ਼ ਸਨ ਜਿਹੜੇ ਸਿੱਖ ਰਹਿਤ ਮਰਿਆਦਾ ਜਦੋਂ ਬਣੀ ਸੀ ਉਸ ਦੇ ਵਿੱਚ ਵੀ ਇਹ 3 ਲਫ਼ਜ਼ ਸਨ। ਅਗਰ ਇਹ ਸਮਝ ਲਿਆ ਜਾਏ, ਸੰਗਤ ਤਾਂ ਹਰ ਥਾਂ ਸੀ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਇਕੱਤਰ ਹੁੰਦੇ ਹਨ ਉਸ ਨੂੰ ਸੰਗਤ ਕਿਹਾ ਜਾਂਦਾ ਸੀ। ਉਹ ਇਕੱਤਰ ਹੋ ਕੇ ਆਪਣੇ ਜਿਹੜੇ ਸੀ ਗੁਰੂ ਦੀ ਸੰਗਤ ਕਰਦੇ ਸਨ। ਪਰ ਇਹਨਾਂ ਦੇ ਵਿੱਚੋਂ ਜਿਸ ਥਾਂ ਦੇ ਉੱਤੇ ਘੱਟੋ ਘੱਟ 5 ਤਿਆਰ ਸਿੰਘ ਹੁੰਦੇ ਸਨ, ਸੰਗਤ ਦੇ ਵਿੱਚ ਜਿਸ ਸੰਗਤ ਦੇ ਵਿੱਚ ਘੱਟੋ ਘੱਟ 5 ਤਿਆਰ ਹੋਣ, ਉਸ ਨੂੰ ਗੁਰਸੰਗਤ ਕਿਹਾ ਜਾਂਦਾ ਸੀ। ਔਰ ਗੁਰਸੰਗਤ ਕੀਨੀ ਖਾਲਸਾ, ਇਹ ਜਿਹੜਾ ਲਫ਼ਜ਼ ਸੀ, ਗੁਰਸੰਗਤ ਨੂੰ ਗੁਰੂ ਸਾਹਿਬ ਨੇ ਖਾਲਸਾ ਕਿਹਾ ਔਰ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ। ਨਾ ਕੇਵਲ ਬਖਸ਼ਿਸ਼ਾਂ ਹੀ ਦਿੱਤੀਆਂ, ਇਤਨਾ ਕੁਝ ਕਹਿ ਦਿੱਤਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋਂ ਗਰੀਬ ਕਰੋੜ ਪਰੇ। ਔਰ ਇਹ ਕਹਿ ਕੇ ਕੱਲ ਨੂੰ ਇਹ ਨਾ ਹੋਏ, ਭੁਲੇਖਾ ਪਵੇ, ਜਦੋਂ ਗੁਰੂ ਸਾਹਿਬ ਨੇ ਉਸ ਸੰਗਤ ਨੂੰ, ਉਸ ਖਾਲਸੇ ਵਿੱਚ ਤਬਦੀਲ ਹੋਈ ਸੰਗਤ ਦੇ ਬਾਰੇ ਜਦੋਂ ਹਜ਼ੂਰ ਨੇ ਇਹ ਕਿਹਾ, ਖਾਲਸਾ ਮੇਰੋ ਸਜਨ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਦੇ ਅਰਸਾ, ਖਾਲਸਾ ਮੇਰੋ ਸਤਿਗੁਰ ਪੂਰਾ, ਇਤਨਾ ਕੁਝ ਕਹਿ ਕੇ ਮਤ ਭੁਲੇਖਾ ਪੈ ਜਾਏ। ਇਹ ਕਵਿਤਾ ਬੜੀ ਅੱਛੀ ਹੈ। ਹਜ਼ੂਰ ਨੇ ਇੱਕ ਸਹੁੰ ਖਾਧੀ ਹੈ ਔਰ ਉਹ ਸਹੁੰ ਕਿਸ ਦੀ? ਗੁਰੂ ਨਾਨਕ ਸਾਹਿਬ ਦੀ, ਪਾਰ ਬ੍ਰਹਮ ਦੀ, ਅਕਾਲ ਪੁਰਖ ਦੀ ਸਹੁੰ ਖਾ ਕੇ ਕਹਿੰਦੇ ਹਨ, ਜਾਂ ਮੈਂ ਰੰਚ ਨਾ ਮਿਥਿਆ ਬਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਕੀ। ਸੋ ਇਹ ਪ੍ਰੋਗਰਾਮ ਆਪ ਜੀ ਨੂੰ ਕੈਸਾ ਲੱਗਾ? ਇਸ ਬਾਰੇ ਆਪ ਜੀ ਨੇ lamba@justpunjabi.com ਜਾਂ info@justpunjabi.com ਦੇ ਉੱਤੇ ਜ਼ਰੂਰ ਸਾਨੂੰ ਈਮੇਲ ਕਰਨੀ ਆ, ਜ਼ਰੂਰ ਸਾਨੂੰ ਦੱਸਣਾ ਇਸ ਦੇ ਬਾਰੇ ਆਪ ਦੇ ਵਿਚਾਰ ਕੀ ਹਨ। ਇਹ ਪ੍ਰੋਗਰਾਮ ਫਿਰ ਅਗਲੇ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਮੁੜ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।